सुभागियां घड़ियां साहेब श्री गुरु ग्रंथ साहब जी पातशाह की हजूरी में बैठन दियां प्राप्त हुई। कितने दिनों तो लैके बागो बागो बाणी निरंकार गए तस जेबड़ अवर न कोई। गुरबाणी के प्रवाह चलते हैं, गुरमत दियां विचारां सरवण कीतियां। ये आपां पंगति पढ़ी है, पछोड़ा सुने डुक बिन डिठे मरियो। ਇਹਦਾ मतलब पता की है? ਇਹਦਾ मतलब है किसी के पछोड़े नूं ना झल्लिया जाना, बंदे की जान निकलती है। अज का दिहाड़ा महापुरखों की आपां याद ताजी करनी है। तो अज के दिहाड़े गुरु अमरदास जी महाराज का ज्योति जोत समाउण का दिहाड़ा। अज जिहड़ा दिन है ना गुरु अमरदास जी महाराज दे अज दे दिन जो सचखंड नूं गए होने हैं तो उस वेले गोइंदवाल साहब दे विच पढ़िया करदे गज बज के बोलिओ, ओ देखी धारा मारे जानी तुर के वहीद लैंदे। देखी धारा मारे जानी तुर के वहीद लैंदे। ओ देखी धारा
दुनिया अजाड़ दीदी है। भगत कबीर कहता कहते अजाड़ वो बंदे किहे जे होंदे आ जिन्हां तो बिना संसार अजाड़ ही दीदा मतलब भी दुनिया ते बंदा होर कोई है ही नहीं। नीति वाला कहता एक विशरत प्राण हित ले ये संतां दा विछोड़े दा दुख है। श्रीमान संत ज्ञानी गुरबचन सिंह जी भिंडरा वाले सेवादार नूं पुछदे गुरमुख सिया उन्होंने उड़ीसा वाला क्या करते कहते की चाहना है विद्या पढ़ती है होर ध्यान सीखना है कहता बाबा जी सीखना तो की है जो तुसी सचखंड नूं जावो ना मैनूं नाल ही लै चले। इहनूं कहंदे एक विशरत प्राण हित ले इनू कहते हैं विछोड़े का दुख मैं तो झलिया नहीं जाता। जेडे गुरमत के धारनी होंदे आ वो संत रमज मारदे राज नहीं दिंदे। जिन्हां कोल गुरमत होवे ना वो रमज मारदे राज नहीं दिंदे हुंदे। संत कहंदे नाल जाना हाँ महाराज कृपा करो महापुरखो किहे जिहा सीन होना कीर्तनपुर दे विच चिखा बलदी है अरदासे हो गए आ कीर्तन सोले पढ़े गए आ ते सिख की कहंदा कहंदा महापुरखो ओ झलिया नहीं जाना मैथों प्यारे दा विछोड़ा झलिया नहीं जाना मैथों प्यारे दा विछोड़ा।
जस प्यारे सोने वो दस आज्ञा मर चली रग जीवन संसार काके पहुंचे। ਇਹਨੂੰ ਕਹਿੰਦੇ ਵੀ ਵਿਛੋੜੇ ਦਾ ਦੁੱਖ। ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਅੱਜ ਦੇ ਦਿਨ ਜੋਤੀ ਜੋਤ ਸਮਾਉਣ ਲੱਗੇ ਆ ਤੇ ਸੰਗਤਾਂ ਦੀਆਂ ਤਾਹਾਂ ਨਿਕਲਦੀਆਂ, ਕਿਉਂ? ਤੇਰੇ ਜਨ ਪਰ ਉਪਕਾਰੀ ਆਏ। ਪਰ ਉਪਕਾਰ ਕਹੇ ਜਿਹਾ? ਮਰਿਆਂ ਨੂੰ ਜਿਉਂਦੇ ਕਰਨ ਵਾਲੇ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਮਰਿਆਂ ਨੂੰ ਜਿਉਂਦੇ ਕਰਨ ਵਾਲੇ ਸੀ। ਅੰਮ੍ਰਿਤ ਵੇਲਾ ਹੋਇਆ, ਸਮਾਧੀ 'ਚ ਬੈਠੇ ਆ। 72 ਸਾਲ ਦੀ ਉਮਰ ਹੋਊ ਗੁਰੂ ਅਮਰਦਾਸ ਜੀ ਮਹਾਰਾਜ ਦੀ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਤੋਂ ਬਾਣੀ ਸੁਣੀ ਤੇ ਬਾਣ ਲੱਗ ਗਿਆ ਵੀ ਉਹ ਸਮਾਂ ਕਿਹੜਾ ਜਦੋਂ ਗੁਰੂ ਕੋਲੇ ਜਾਈਏ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਆ ਗਏ। 84 ਸਾਲ ਦੀ ਉਮਰ ਹੋਊਗੀ, 12 ਸਾਲ ਗਾਗਰ ਢੋਈ। ਕਹਿ ਲੈਣਾ ਆਪਾਂ ਆਪਦਾ ਭਾਂਡਾ ਨਹੀਂ ਮਾਂਜਦੇ, ਉਹ ਸੰਤ ਬਣੇ ਫਿਰਦੇ ਅਸੀਂ। ਉਹ ਸਾਡੇ ਬਾਣੇ ਪਾਏ, ਉਹ ਸੰਤ ਬਣੇ ਫਿਰਦੇ, ਆਪਦਾ ਭਾਂਡਾ ਨਹੀਂ ਮਾਂਜ ਕੇ ਰਾਜੀ। ਰੋਟੀ ਖਾ ਕੇ ਨਾ ਐਂ ਮਾਰਾਂਗੇ ਜਿਵੇਂ ਤਾਂ ਨੌਕਰ ਖੜੇ ਹੁੰਦੇ। ਸਤਿਗੁਰ ਕੀ ਸੇਵਾ ਸਫਲ ਹੈ। ਮਹਾਂਪੁਰਖਾਂ ਤੋਂ ਸੁਣਦੇ ਸੀ ਨਾ, ਜੇ ਗੁਰੂ ਨੂੰ ਖੁਸ਼ ਕਰਨਾ ਹੋਵੇ ਨਾ ਤੇ ਗੁਰੂ ਸੇਵਾ ਤੇ ਖੁਸ਼ ਹੁੰਦਾ, ਕਿਸੇ ਦੀਆਂ ਗੱਲਾਂ ਤੇ ਖੁਸ਼ ਨਹੀਂ ਹੁੰਦਾ। ਜੇ ਅੱਖ ਜਿੰਨਾ ਮਰਜੀ ਬੰਦਾ ਗਿਆਨੀ ਬਣ ਜੇ, ਜਿੰਨਾ ਮਰਜੀ ਉੱਚੀ ਉੱਚੀ ਲੋਕਾਂ ਨੂੰ ਗੱਲਾਂ ਸੁਣਾਈ ਜਾਵੇ, ਜੇ ਗੁਰੂ ਦੀ ਖੁਸ਼ੀ ਲੈਣੀ ਹੋਵੇ ਨਾ ਤੇ ਲੰਗਰ ਦੀਆਂ ਲੱਕੜਾਂ ਢੋਕੇ ਦੇਖ ਲੈ ਮੰਝ। ਜੇ ਗੁਰੂ ਦੀ ਖੁਸ਼ੀ ਲੈਣੀ ਹੋਵੇ ਨਾ ਤੇ ਮੰਝ ਨੂੰ ਲੰਗਰ ਦੀਆਂ ਲੱਕੜਾਂ ਢੋਕੇ ਦੇਖ ਲੈ ਤੇ ਗੁਰੂ ਬੋਕਲ ਚ ਲੈ ਕੇ ਕਹੂਗਾ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਝਤਾ ਜਗ ਲੰਗੜ ਹਾਰਾ। ਜੇ ਗੁਰੂ ਦੀ ਖੁਸ਼ੀ ਲੈਣੀ ਹੋਵੇ ਤੇ ਰੱਬ ਦੇ ਘਰ ਦੀਆਂ ਇੱਟਾਂ ਬਣਾਉਣ ਲੱਗ ਜੇ। ਭਾਈ ਬਹਿਲੋ ਮੰਗੂ, ਭਾਈ ਬਹਿਲੋ ਨੇ ਰੱਬ ਦਾ ਘਰ ਹਰਮੰਦਰ ਸਾਹਿਬ ਨੂੰ ਕਹਿੰਦੇ ਆ। ਹਰਮੰਦਰ ਸਾਹਿਬ 'ਚ ਜਕਾਰਾ ਨਹੀਂ ਛੱਡਿਆ ਜਾਂਦਾ, ਉਹਨੂੰ ਰੱਬ ਦਾ ਘਰ ਮੰਨਦੇ ਆ। ਮੇਰਾ ਕਹਿਣ ਦਾ ਮਤਲਬ ਹੈ ਰੱਬ ਦੇ ਘਰ 'ਚ ਇੱਟਾਂ ਲਾਉਣ ਵਾਸਤੇ ਭਾਈ ਬਹਿਲੋ ਨੇ ਆਵਾ ਪਾਇਆ, ਉਹਦੇ ਵਿੱਚ ਮੈਲ ਪਾਈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕੱਲੀ ਕੱਲੀ ਇੱਟ ਦੇਖ ਕੇ ਲਵਾਇਆ ਕਰਦੇ ਰੱਬ ਦੇ ਘਰ ਤੇ। ਦੋ ਗੁਰੂ ਘਰ ਆ ਜਿਨ੍ਹਾਂ ਨੇ ਗੁਰੂ ਸਾਹਿਬ ਨੇ ਆਪਦੇ ਹੱਥੀਂ ਲਾਏ ਪਾਏ ਆ। ਇੱਕ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਅਕਾਲ ਤਖਤ 6ਵੇਂ ਪਾਤਸ਼ਾਹ ਨੇ ਆਪਦੇ ਹੱਥੀਂ ਬਣਾਏ ਆ ਇਹ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹਾ ਸੀਨ ਹੋਣਾ, ਭਾਈ ਬਹਿਲੋ ਨੇ ਆਵੇ ਚਿੱਟਾਂ ਪਾਈਆਂ ਤੇ ਮੈਲ ਪਾਈ ਤੇ ਜਦੋਂ ਧੋ ਕੇ ਇੱਟਾਂ ਰੱਖੀਆਂ ਪ੍ਰਕਰਮਾਂ 'ਚ ਸਰੋਵਰ ਤੇ ਗੁਰੂ ਅਰਜਨ ਦੇਵ ਮਹਾਰਾਜ ਪੁੱਛਦੇ ਆ ਭਈ ਆ ਸਿੱਖਾਂ ਸੇਵਾ ਕਿਹਨੇ ਕੀਤੀ ਹੈ? ਕਹਿੰਦੇ ਬਾਬਾ ਜੀ ਫਫੜੇ ਪਿੰਡ ਤੋਂ ਫਿਰੋਜ਼ਪੁਰ ਜ਼ਿਲ੍ਹੇ 'ਚੋਂ ਨਾ ਬਹਿਲੋ ਆਇਆ ਪਿਆ। ਕਹਿੰਦੇ ਬੁਲਾਓ। ਆ ਗਿਆ ਬਹਿਲੋ। ਬਹਿਲੋ ਨੂੰ ਪੁੱਛਿਆ ਬਹਿਲੋ ਆ ਸੇਵਾ ਤੈਂ ਕੀਤੀ ਹੈ? ਕਹਿੰਦਾ ਮਹਾਰਾਜ ਜੀ ਮੈਂ ਕਿਹਦਾ ਵਿਚਾਰਾ, ਮੈਂ ਤਾਂ ਆਵਾਂ ਜਿਵੇਂ ਕਾੜ ਕੀ ਪੁੱਤਰੀ, ਜਿਵੇਂ ਲੱਕੜ ਦੀ ਪੂਤਲੀ ਹੁੰਦੀ ਹੈ ਨਾ ਕਿਵੇਂ ਨਚਾਉਣੇ ਉੱਪਰ ਨੱਚੋ। ਮਹਾਰਾਜ ਮੈਂ ਤਾਂ ਤੁਹਾਡੇ ਹੁਕਮ 'ਚ ਚੱਲਦਾ, ਮੈਂ ਨਹੀਂ ਕੋਈ ਸੇਵਾ। ਜਦੋਂ ਇੰਨੀ ਗੱਲ ਕਹੀ ਪੁੱਛਿਆ ਵੀ ਸੇਵਾ ਕਿਵੇਂ ਕੀਤੀ, ਦੱਸਿਆ ਤੇ ਬੁੱਕਲ 'ਚ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਬਹਿਲੋ ਸਭ ਤੋਂ ਪਹਿਲੋਂ ਇਹਨੂੰ ਕਹਿੰਦੇ ਗੁਰੂ, ਇਹਨੂੰ ਕਹਿੰਦੇ ਲਾ ਵੀ ਆਉਂ ਕਰ ਹੁਣ ਟੋਕਰੀ 'ਚ ਕਹੀ ਰੱਖਦੀ, ਟੋਕਰੀ 'ਚ ਕਹੀ ਰੱਖਦੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੈਨੂੰ ਮਾਲਵੇ ਦਾ ਨਾ ਮਸੰਦ ਸਾਹਿਬ ਦਾ ਵੀ ਪ੍ਰਚਾਰਕ ਬਣਾਤਾ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਬੈਠੇ ਆ, ਅੰਮ੍ਰਿਤ ਵੇਲਾ ਹੋਇਆ ਵਿਆ, ਜਿਹੜੀ ਚੁੱਕੀ ਪਹੁ ਫੁੱਟੀ। ਗੁਰੂ ਅੰਗਦ ਦੇਵ ਜੀ ਮਹਾਰਾਜ ਸਵਾ ਪਹਿਰ ਰਾਤ ਰਹਿੰਦੀ ਉੱਠਿਆ ਕਰਦੇ, ਸਵਾ ਪਹਿਰ ਰਾਤ ਕਹਿੰਦੇ 12:15 ਵਜੇ, 12:15 ਵਜੇ ਤੋਂ ਮਗਰੋਂ ਉੱਠਣਾ। ਫੁੱਟਦਾ ਸਿੱਖ ਉੱਠਦਾ 8 ਵਜੇ ਤੇ ਰੱਬ ਕੋਲ ਭਾਲਦਾ ਦਾਖਾ। 12:15 ਵਜੇ ਉੱਠਣਾ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਗਾਗਰ ਲਿਆਉਣੀ ਪਿਆਸਾ ਤੋਂ
ਕਿਹੇ ਜਿਹਾ ਸੀਨ ਹੋਣਾ, ਰਾਤ ਨੂੰ ਤੁਰ ਕੇ ਜਾਣਾ, ਗੁਰੂ ਬੰਨੀ ਪਿੱਠ ਬਣੀ ਕਰਨੀ, ਵਿਸ਼ਲਪੁਰੀ ਤੁਰਨਾ। ਇਹਨੂੰ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ। 12 ਸਾਲ ਲੰਘ ਗਏ। 12 ਸਾਲਾਂ ਪਿੱਛੋਂ ਹੈ ਗੁਰੂ ਲੋਕ ਤਾਨੇ ਮਾਰਦੇ ਆ, ਉਹਦਾ ਮਹੀਨਾ ਜਲਾਇਆ ਦੇ ਸਾਧ ਸੰਗਤ ਤਾਣੀ ਬੁੜਿਆ ਕਰਦੇ ਤੇ ਉਹ ਕਿੱਲਿਆਂ 'ਚ ਠੇਡਾ ਵੱਜਿਆ। ਪਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਕਿੰਨੀ ਵਡੇਰੀ ਉਮਰ ਹੋਣੀ ਹੈ, ਪਾਣੀ ਨਹੀਂ ਡੁੱਲਣ ਦਿੱਤਾ ਗਾਗਰ। ਜਲਾਹਾ ਪੁੱਛਦਾ, ਕਹਿੰਦਾ ਖੜਕਾ ਕਾਹਦਾ? ਜਲਾਹੀ ਬੋਲਦੀ ਹੈ, ਕਹਿੰਦੀ ਅਮਰੂ ਨਸਾਵਾ ਹੋਣਾ, ਕੁੜਮਾਂ ਦੇ ਪਾਣੀ ਢੋਂਦਾ ਫਿਰਦਾ। ਜਦੋਂ ਨਸਾਵਾ ਕਿਹਾ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਚੱਲ ਗਏ, ਮੈਂ ਥਾਂ ਵਾਲਾ, ਮੈਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਆਇਆ। ਇੰਨੀ ਗੱਲ ਕਹੀ ਤੇ ਜਲਾਹੀ ਝੱਲੀ ਹੋ ਗਈ, ਉਹਨੂੰ ਸ਼ੁੱਧ ਕੀ ਨਾ ਸ਼ੁੱਧ ਰਹੀ, ਆਪ ਦਾ ਆਪ ਭੁੱਲ ਗਈ, ਇਹੋ ਜਿਹੀ ਹੋ ਗਈ। ਗੁਰੂ ਅਮਰਦਾਸ ਜੀ ਚਲੇ ਗਏ। ਮੱਥਾ ਟੇਕਿਆ ਜਾ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਸ਼ਨਾਨ ਕਰਾਇਆ। ਸਾਲ ਪਿੱਛੋਂ ਸਰੋਪੋ ਦਿਆ ਕਰਦੇ ਗੁਰੂ ਅੰਗਦ ਦੇਵ ਜੀ ਮਹਾਰਾਜ, ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਨਾ ਉਹੀ ਸਰੋਪੋ ਸਿਰ ਤੇ ਪਲੇਟ ਲੈ। 12 ਸਾਲਾਂ ਦਾ ਹੋ ਗਿਆ, 12 ਸਾਲ ਹੋ ਗਏ। ਤੇ ਅੱਜ ਜਦੋਂ 12ਵੇਂ ਸਾਲ ਸਰੋਪੋ ਦੇਣ ਲੱਗੇ ਤੇ ਅੱਜ ਉਹੀ ਫਿਰ ਵਰ ਦਿੰਦੇ ਆ, ਨਤਾਣਿਆਂ ਦੇ ਤਾਨ, ਮਾਣਿਆਂ ਦੇ ਮਾਨ, ਨਿਉਟਾਂ ਦੀ ਓਟਣ, ਪੱਤਿਆਂ ਦੀ ਪੱਤਨ, ਗੱਜਾਂ ਦੀ ਗੱਤਨ ਤੇ ਐਂ ਕਿ ਦਰ ਨਿਆਸ ਰਿਆਂ ਕੇ ਕਿੰਨੇ ਪੜਦੇ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਦੋਂ? ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੇਵਾ ਤੇ ਖੁਸ਼ ਹੋ ਕੇ ਫਿਰ ਦਿੱਤੀ ਗੁਰਤਾ ਗੱਦੀ ਬਾਬੇ ਮੂਣ ਵਰਗਿਆਂ ਨੂੰ, ਬਾਬਾ ਸੁੰਦਰ ਜੀ ਵਰਗਿਆਂ ਨੂੰ, ਸਾਰੀਆਂ ਸੰਗਤਾਂ ਨੂੰ, ਭਾਈ ਰਾਮੇ ਨੂੰ, ਗੁਰੂ ਰਾਮਦਾਸ ਜੀ ਭਾਈ ਜੇਠੇ ਨੂੰ। ਜਦੋਂ ਸਾਧ ਸੰਗਤ ਕਿਹੇ ਜਿਹਾ ਸੀਨ ਹੋਣਾ, ਜਿਹੜੇ ਸੰਗਤ ਕਰਦੇ ਆ ਤੇ ਫਿਰ ਭਾਲੇ ਅਮਰਦਾਸ ਹੁਣ ਤੇਰੇ ਤੇਰੀ ਉਪਮਾ ਤੋਹੇ। ਉਹ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਬਾਬਾ ਬੁੱਢਾ ਜੀ ਵੱਲੋਂ ਗੁਰਤਾ ਗੱਦੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਵੱਲੋਂ, ਤੇ ਜਦੋਂ ਗੁਰਤਾ ਗੱਦੀ ਤੇ ਬੈਠੇ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇੱਕ ਦਿਨ ਅੰਮ੍ਰਿਤ ਵੇਲੇ ਬੈਠੇ ਆ, ਜਾਨਵਰ ਬੋਲਣ ਲੱਗ ਕੇ ਪੈ ਫੜ ਗਈ। ਉਹਨੂੰ ਕਹਿੰਦੇ ਜਾਨਵਰ ਉਦੋਂ ਬੋਲਦੇ ਜਦੋਂ ਪੈ ਫੜਦੀ ਹੈ। ਪੈ ਫਟੀ ਹੈ, ਚਿੜੀ ਚੁੱਕੀ ਪਾ ਫੁੱਟੀ, ਵਗਨ ਬਹੁਤ ਰੰਗ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਸਿੱਖ ਨੂੰ ਆਵਾਜ਼ ਮਾਰੀ, ਗੁਰਮੁਖਾ। ਹਾਂ ਮਹਾਰਾਜ ਜੀ। ਕਹਿੰਦੇ ਮੇਰੇ ਕੰਨਾਂ ਦੇ ਵਿੱਚ ਨਾ ਰੋਣ ਦੀ ਆਵਾਜ਼ ਪੈਂਦੀ, ਮੇਰੇ ਕੰਨਾਂ ਦੇ ਵਿੱਚ ਰੋਣ ਦੀ ਆਵਾਜ਼ ਪੈਂਦੀ ਆ, ਪਤਾ ਲੈ ਕੇ ਆਵੇ ਰੋਂਦਾ ਕੌਣ ਹੈ? ਸਿੱਖ ਗਿਆ ਗੋਇੰਦਵਾਲ ਸਾਹਿਬ ਦੇ ਵਿੱਚ, ਕਹਿੰਦਾ ਮਹਾਰਾਜ ਜੀ ਇੱਕ ਮਾਈ ਹੈ, ਉਹਨੂੰ ਮੈਂ ਦੇਖ ਕੇ ਆਇਆ, ਸੱਚੇ ਪਾਤਸ਼ਾਹ ਕਿਹੜੀ ਤੇ ਬੈਠੀ ਤੇਰੀ ਮਾਤਾ ਭੁੱਪਾ ਮਾਰਦੀ, ਕਿਹੜੀ ਤੇ ਬੈਠੀ ਬਈ ਤੇਰੀ ਮਾਤਾ ਭੁੱਪਾ ਮਾਰਦੀ।
ਉੱਚੀ ਉੱਚੀ ਧਾਹਾਂ ਮਾਰਦੀ ਹੈ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉੱਠ ਖੜੇ। ਜਦੋਂ ਗਏ ਤੇ ਕੀ ਦੇਂਦੇ ਆ, ਮਾਈ ਦੀ ਹਾਲਤ ਪੜਿਆ ਕਰਦੇ। ਉਹ ਤਖਤੇ ਓੜ ਕੇ ਰੋਂਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਤੁਰ ਗਏ ਖੇਡ, ਤਖਤੇ ਓੜ ਕੇ ਰੋਂਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਤੁਰ ਗਏ ਖੇਡਦੇ ਆ। ਗੁਰੂ ਅਮਰਦਾਸ ਜੀ ਮਹਾਰਾਜ ਨੇ ਮਾਈ ਵੱਲੀ ਨਿਗਾਹ ਮਾਰੀ ਤੇ ਮਾਈ ਧਾਹਾਂ ਮਾਰਦੀ ਹੈ। ਜਦੋਂ ਮਾਂ ਧਾਹਾਂ ਮਾਰੇ ਤੇ ਮਹਾਰਾਜ ਪੁੱਛਦੇ ਮਾਈ ਕੀ ਗੱਲ ਹੈ। ਜਦੋਂ ਪੁੱਛਦੇ ਵੀ ਕੀ ਗੱਲ ਹੈ ਤੇ ਧਾਹ ਮਾਰ ਕੇ ਮਾਈ ਕਹਿੰਦੀ ਸੱਚੇ ਪਾਤਸ਼ਾਹ ਉਹ ਹੱਥ ਮਾਰ ਕੇ ਮੱਥੇ ਤੇ ਮਾਤਾ ਆਖੇ ਦੁਨੀਆ 'ਚ ਸਾਂਝ ਨਾ ਰਗੀ। ਹੱਥ ਮਾਰ ਕੇ ਮੱਥੇ ਤੇ ਮਾਤਾ ਕਹਿੰਦੀ ਆ ਦੁਨੀਆ 'ਚੋਂ ਸਾਂਝ ਮੁੱਕ ਗਈ। ਓਏ ਦੁਨੀਆ 'ਚੋਂ ਸਾਂਝ ਮੁੱਕ ਗਈ। ਹੱਥ ਮਾਰ ਕੇ ਮੱਥੇ ਤੇ ਮਾਤਾ ਕਹਿੰਦੀ ਆ ਦੁਨੀਆ 'ਚ ਸਾਂਝ ਨਾ ਰਗੀ। ਹੱਥ ਮਾਰ ਕੇ ਮੱਥੇ ਤੇ ਮਾਤਾ ਕਹਿੰਦੀ ਆ ਦੁਨੀਆ 'ਚ ਸਾਂਝ ਨਾ ਰਗੀ। अपने कर्म की गत मैं क्या जानो, मैं क्या जानो। बाबा महाराज जी मैनू पता नहीं सी मेरे कर्मां की गति ये है। महाराज जेड़ी मां दा दुनिया तो पुत तुर जे ओदे दिल नू दुख दा पता हुंदा है, तंदुरुस्त नू दुख दा नहीं पता भी दुख किहनू कहंदे आ। जदों इन्नी गल कही ते गुरु अमरदास जी महाराज दया दे घर जा गए। जदों दया दे घर चाए ते महाराज कहंदे माई तेरे बच्चे नू जिउंदा कर दोगे। कहंदी सच्चे पातशाह मरे वे भी जिउंदे हो जाते हैं। जदों कहा भी मरे वे भी जिउंदे हो जाते हैं ते महाराज कहंदे भाई जल लियाओ। जल लियांदा। हुण तां जल ते भी किंतु करदे हैं, कुंभ ते भी किंतु करदे हैं। इन्ने पढ़ के लोग ना पुछो ना बंदा देखे। जल मंगाया
ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਜਦੋਂ ਮਾਈ ਦੇ ਪੁੱਤ ਦੇ ਮਾਰਿਆ ਛਿੱਟਾ ਤੇ ਮਾਈ ਦਾ ਪੁੱਤ ਮਸਾਲ ਸੰਗਤ ਮਰਿਆ ਗਿਆ ਜਿਉਂਦਾ ਹੋਇਆ ਤੇ ਮਾਈ ਭੱਜ ਕੇ ਕਹਿੰਦੀ ਸੱਚੇ ਪਾਤਸ਼ਾਹ ਉਹ ਮੋਇਆ ਹੋਇਆ ਚ ਸੁਆਦ ਪਾਤੇ ਸੰਤਾਂ ਨੇ ਵਿਛੜੇ ਮਲਾਤੇ ਮੋਇਆ ਹੋਇਆ ਚ ਸੁਆਦ ਪਾਤੇ ਸੰਤਾਂ ਨੇ ਸ਼ਰਤ ਆਣ ਮਹਾਰਾਜ ਜੀ ਤੁਸੀਂ ਤਾਂ ਮਰਿਆਂ ਨੂੰ ਜਿਉਂਦੇ ਕਰ ਦਿੰਦੇ ਆ ਮੈਂ ਸੁਣਿਆ ਵੀ ਤੁਸੀਂ ਪ੍ਰੇਮਾ ਕੋੜੀ ਤੰਦਰੁਸਤ ਕਰਕੇ ਰੱਖ ਗੁਰੂ ਅਮਰਦਾਸ ਜੀ ਮਹਾਰਾਜ ਨੇ ਨਾ ਜਦੋਂ ਪ੍ਰੇਮਾ ਕੋੜੀ ਰਾਜੀ ਕੀਤਾ ਕਿਵੇਂ ਪ੍ਰੇਮੇ ਕੋੜੀ ਤੇ ਮੱਖੀਆਂ ਭਿਣਕਦੀਆਂ ਲੋਕ ਪ੍ਰੇਮੇ ਕੋੜੀ ਨੂੰ ਹੱਥ ਲਾ ਕੇ ਨਹੀਂ ਰਾਜੀ ਉਹਦੇ ਕੋਲੇ ਖੜ ਕੇ ਨਹੀਂ ਰਾਜੀ ਤੇ ਸੰਗਤ ਜਾਂਦੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਪ੍ਰੇਮੇ ਕੋੜੀ ਨੇ ਪੁੱਛਿਆ ਵੀ ਕਿੱਥੇ ਚੱਲੇ ਆ ਕਹਿੰਦੇ ਅਸੀਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨੇ ਆ ਉੱਥੇ ਦੁਖੀਆਂ ਦੇ ਦੁੱਖ ਟੁੱਟਦੇ ਆ ਤੇ ਪ੍ਰੇਮਾ ਕੋੜੀ ਕਹਿੰਦਾ ਮੈਨੂੰ ਵੀ ਲੈ ਚੱਲੋ ਖੜਿਆ ਉਹ ਤੋਂ ਜਾਂਦਾ ਨਹੀਂ ਸਰੀਰ ਚੋਂ ਖੂਨ ਵਗਦਾ ਤੇ ਜਿਹੜੇ ਲੋਕ ਆ ਨਾ ਉਹ ਕਹਿੰਦੇ ਵੀ ਅਸੀਂ ਤੇਰੇ ਅੱਗੇ ਨੂੰ ਤਾਂ ਅਸੀਂ ਹੱਥ ਵੀ ਨਹੀਂ ਲਾਉਂਦੇ ਇਹ ਜੇ ਕੋੜੀ ਦੇ ਤਾਂ ਕੋਈ ਨੇੜੇ ਨਹੀਂ ਖੜਦਾ ਤੈਨੂੰ ਕਿਵੇਂ ਲੈ ਜਾਗੇ ਇੱਕ ਸਿੱਖ ਕਹਿੰਦਾ ਪ੍ਰੇਮਿਆ ਬੜਾ ਕਰਦੇ ਗੱਜ ਵੱਜ ਕੇ ਬੋਲੋ ਸਮਾਂ ਵੀ ਹੋ ਚੱਲਿਆ ਮੋਢਿਆਂ ਤੇ ਚੜਿਆ ਜਾਂਦਾ ਅਖੀਰ ਨੂੰ ਉਹਨੇ ਕੱਪੜੇ ਚ ਲਪੇਟ ਲਿਆ ਸਿੱਖ ਲਈ ਜਾਂਦੇ ਆ ਲੈ ਕੇ ਕੋਈ ਉਹਨੂੰ ਹੱਥ ਨਹੀਂ ਲਾਉਂਦਾ ਤੇ ਗੁਰੂ ਅਮਰਦਾਸ ਜੀ ਮਹਾਰਾਜ ਕੋਲ ਨੂੰ ਜਿੱਥੋਂ ਦੀ ਸੰਗਤਾਂ ਲੰਘਦੀਆਂ ਮੂਹਰੇ ਗੇਟ ਤੇ ਬੈਠਾ ਮੱਖੀਆਂ ਭਿਣਕਦੀਆਂ ਲੋਕ ਨੱਕ ਘੁੱਟ ਕੇ ਕੋਲ ਦੀ ਲੰਘਦੇ ਹਵਾ ਕਟਾੜੂ ਕੀਟ ਬਈ ਜੇ ਆਪਾਂ ਇਹਨੂੰ ਹੱਥ ਲਾ ਲਿਆ ਆਪਾਂ ਨੂੰ ਨਾ ਕੋੜ ਖੁੱਜੇ ਇੱਕ ਚੌਧਰੀ ਹੁੰਦੇ ਉਹਨੂੰ ਕੜਾਮਾ ਚੌਧਰੀ ਕਹਿੰਦੇ ਆ ਜਿਹੜਾ ਕਿਸੇ ਨੂੰ ਸੰਤਾਂ ਦੇ ਨੇੜੇ ਜਿਹਨਾਂ ਨੇ ਰੱਖਣ ਦੇਵੇ ਤੇ ਗੁਰੂ ਘਰ ਦੇ ਵਿੱਚ ਤਾਂ ਐਵੇਂ ਮੈਂ ਕਰਦਾ ਫਿਰ ਉਹਨੂੰ ਕੜਾਮਾ ਚੌਧਰੀ ਕਹਿੰਦੇ ਆ ਬਈ ਫੋਕਾ ਹੀ ਚੌਧਰੀ ਉਹਨੂੰ ਕੜਾਮਾ ਚੌਧਰੀ ਉਹਨੂੰ ਕਹਿੰਦੇ ਜਿਹੜਾ ਮੈਂ ਫੋਕਾ ਹੀ ਬਣਿਆ ਫਿਰੇ ਪਰੇ ਰੋ ਸੰਤ ਲੰਘਦੇ ਆ ਪਰੇ ਰੋ ਐਂ ਹੋ ਜੂ ਉਹਨੂੰ ਕੜਾਮਾ ਚੌਧਰੀ ਕਹਿੰਦੇ ਆ
एक ना घोड़ी बैठा बड़ी घरेली हालत है, उन्होंने दूर रखे जी। जो दूर का नाम लिया ना तो गुरु अमरदास महाराज कहते परोपकारी गुरां प्यार। थोड़े जो कोई परोपकारी सिख नहीं है। हथ बन के खड़ के कहते असी की करना है, तो कहते की है? कहते बाबा जी की करना है? कहते आओ करो, जिथे मैं इशनान करता ना, जो जाला वो मूहरे खड़ा वो इशनान करा के लिया प्रेम कोड़ी का। जेड़े मूहरे मूहरे फिरते सी नीवी पा के पर इनू तुर गए। जेड़े परोपकारी सिख सी उन्होंने प्रेमे नू चक्या ते वो जल च गोते लाउंदे जिथे गुरु अमरदास जी महाराज के शरीर नाल जल लग के आया सी। ज्यों ज्यों गोते लाउंदे प्रेमा कोड़ी 9 पर 9 हो गया। जिवें गुरु नानक ने दीपालपुर का कोड़ी राजी कीता सी। गुरु नानक ने दीपालपुर का कोड़ी, इत्थे प्रेमा कोड़ी गुरु अमरदास जी महाराज का लग्या हुआ पानी शरीर नूं उहदे नाल राजी हो गया। बाग च भलेट लिआंदा के फुलकारी कहंदे सी, बाग भी कहंदे जो भलेटी आउंदे आ ते महाराज कहंदे आ किहड़े लाड़े नूं लई आउणे आ? कहंदे बाबा जी लाड़ा थोड़ा तो प्रेमा कोड़ी है। कहते भाई आप करो सिख उठ, कोई अपनी लड़के का नू रिश्ता दे दे। उपर सिख उठिया भी हाँ महाराज मेरी लड़की ब्याह दे लिया कर प्रेमे कोड़ी प्रेमे नू ना लड़ फड़ाता लड़। लड़की की मां गुरु अमरदास जी महाराज को कहती बाबा जी कोड़ी राजी होया या कोई ना थे कोई घर बार हैगा? कहते भाई घर बार की की गल करनी है, ये तो मेरा इं आ जिवें मत्थो मरारी जिवें कृष्ण भगवान ते राधिका हुंदी है। ये मेरे वो है जिवें कृष्ण भगवान ते राधिका वो मैनूं इं प्यारे लगदे आ। ते जदों इन्ना वर दिता ते अखीर नूं महाराज ने जिहड़े प्रेमी नूं लोग रोटी नहीं सी फड़ाउंदे प्रचार कथा उन्होंने मंजी था। ये है गुरु अमरदास जी महाराज की खेल। माई नूं कहंदे माई ये मत्थो मरारी नूं तां जिहड़ा संगत करिया करू वो भी ठीक हो जा करूगा। बड़े वर दिते रहो विचार। एक सिख ना लंगा लत्त तो लंगा दही लेके जाया करदा तन को दही लई जांदा ते उत्थों दा चौधरी लगा कहंदा ओ लंगिया क्यों? हंकारी बंदे का बोल च फर्क हुंदा ते तिखे बंदे के तौर च फर्क हुंदा। तिखा बंदा जो तुरदा उसकी तौर च फर्क है, हंकारी बंदे के बोल च फर्क है। हंकारी बोलता है कहंदा लंघिया कित्थे चलिया? कहंदा गुरु अमरदास जी मेरे गए तो प्रशादा पानी छकदे मैं दही लेके चलिया। कहंदा उन्होंने मैं सुनिया भी वो कोड़ी राजी करते उन्होंने आ करता तू कहेगा तेरी लत्त राजी कर दे। कहंदा मैं गुरु साहब ने किते गया ही नहीं। कोड़ी नूं तुरन वाहिगुरू लंघे नूं तुरन नहीं दिंदा। चौधरी लेट हो गया। गुरु अमरदास जी महाराज नूं प्रशादा लेके आ गए। महाराज प्रशादा छक लो। कहते हजे मेरा प्रेमी नहीं आया, मेरा नेमी नहीं आया। महाराज वो केड़ा? कहते थोड़ा जिहा चर अड़को आ गया। दही रखता मूहरे। महाराज कहते की कहता सी चौधरी? कहते महाराज जी वो कहता सी भी आपकी लत्त राजी करा के गुरु अमरदास तो। कहते आई कहता सी कि ना? कहते आओ कर साहब सैन उत्थे रहिंदा एक फकीर उहदे कोले जा बड़ा वो किसी नूं नेड़े नहीं सी लगन दिंदा। कहते जो तू जावेगा ना वो गालां कढ़दा नेड़े नहीं लगन दिंदा बाबे पीर रमदास नूं। चलिया गया कोले बह गया ते वो कहंदा भी किवें आया? कहंदा मैनूं गुरु अमरदास जी महाराज ने घल्लिया बई मैनूं राजी कर दो मैं लंघ मारदा। उन्हें आन गुस्से कहंदा ठहर जाओ तेरे तू गुरु अमरदास ने मेरे कोले घलता वो राजी नहीं कर सकते। इन्नी गल कही जो लंघा उठ के भजन लग्या डरदा तो राजी हो गया। इनू कहते दुख रोग संताप उतरे सुनी सच्ची। जो राजी होया आया तो गुरु अमरदास जी महाराज पुछते भी क्यों? कहता बाबा जी कला तुसी वरताई है ये तो मैं माड़ा जा के कारण बना। इस करके गुरु अमरदास जी महाराज ने प्रेमे कोड़ी वर्गे गुरु अमरदास जी महाराज का भतीजा सावण मत को रुमाल दे के घलता।
कहते हरिपुर जाके ना लकड़ लियानी अपना धर्मशाला बनाई है उन्होंने जोड़ियां लाउणियां उतों के राजे का पुत चढ़ाई कर गया उतों के राजे का पुत चढ़ाई करिया तो साबण मल नूं जेल च दिता पिया क्यों उन्हें कादशों का रकमा तो वर्त रखा सी तो उन्होंने प्रशादा पानी वरताया इस कुछ तो उन्होंने तो राजे का राजकुमार प्रशादा पानी ज्यादा सके हजे न मर गया एक पंडित कहता वो जेडे सिखा तुसी अंदर दिता ना उन्होंने लियाओ थोड़े पुत नूं जिउंदा कर देणगे लिया साबण मल नूं गुरु अमरदास जी महाराज ने रमाल दिता सी रमाल उन्हें की कीता प्योंता रमाल ते ओदे जल दियां बूंदां जदों राजे दे राजकुमार दे मूँह च पाईयां ते मरिया पिया जिउंदा हो गया इहनूं कहंदे गुरु अमरदास जी ओ गुरु अमरदास जी महाराज दा ते महापुरखां दी अज याद दा दिहाड़ा है गुरु अमरदास जी महाराज ज्योति जो समाउण लगे खुणे आ ते उस वेले ना गुरु अमरदास जी महाराज का पड़ोता जिन्होंने आप शब्द पढ़ते हैं शब्द पढ़ते ना मरग ते उन्होंने आचरण की है पिछों कीर्तन करो नरवाण जी मेरा कहने का मतलब है ओ गुरु अमरदास जी महाराज अज के दिन गोइंदवाल साहब दे विच जिन्हों ने साध संगत जो बौली का कड़ टुटिया तो जेड़ा तेईए अपना मरिया जिउंदा कीता सी तो नाम रखा जिवड़ा जो कड़ टुटिया तो पानी च फिर डुब जा वो मां ताहा मारे महाराज मेरा पुत पानी कहते जिवड़ा नहीं डुबदा जिवड़ा जिउंदा उदों ही पता लगे जो पानी तो तर के आ गया मेरा कहने का मतलब है गुरु अमरदास जी महाराज किन्नियां शक्तियां दे मालक बने अज उन्हों का ज्योति जो समाउण का दिहाड़ा ते महापुरखों का साध संत सालाना याद मनाते हैं याद उन्हों की मनाई दी है जेडे सानू दस के नहीं गए भी असीं कित्थे चले गए इंतजारी बेकरारी उन्हों की इंतजारी होंदी है जेडे दस के नहीं गए जेडे दस के गए उन्होंने तो आप ढीकते होंगे महापुरखों ने उपराला किया ते मेरे वर्गे बंदे की भी हाजरी लग गई लोग सुखिए पर लोग सुहेले नानक हर प्रभ आपे मिले आने वाला समा महापुरखों वालों सरवण करना है वाहिगुरु जी का खालसा वाहिगुरु जी की वाहिगुरु जी का खालसा वाहिगुरु जी की फतेह सिर पाओ इस स्थान तो महापुरुषों वालों बाबा जी बोले सोनिया महापुरुषों आने फिर करी जी होया मन धन्यवाद फिर भी समय की आस करके महापुरुषों का धन्यवाद करते हैं जी करो प्यारे विशल रैंक पाई है भाई सरजीत सिंह जी महापुरुषों की सेवादारी है उन्होंने नाल साथी कब तक कहेंगे उपरंत
ਜਸਪਾਲ ਸਿੰਘ ਅਦਾਸੀ ਢਾਡੀ ਜਥਾ ਜਿੱਥੇ ਮੇਰੀ ਆਵਾਜ਼ ਸੁਣਦਾ ਹੋਵੇ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਜਸਪਾਲ ਸਿੰਘ ਅਦਾਸੀ। आओ जी भाई सरजीत सिंह दोनों साथी वाहिगुरू जी की फतेह। सरबत संगतां जिन्नियां भी महापुरखों के पावन स्थान से पहुंचियां जो गुरु प्यारे भाई सुरिंदर सिंह सुपुत्र सरदार जोगिंदर सिंह जी रंधावा के महापुरखों के सेवादार है, उन्होंने बेनती की सी भी कविता लानी है पर 2 मिनट की है। सारिया संगतां ने प्रेम सत्कार दे नाल सरवण करनी है। सतगुरु सच्चे पातशाह कृपा करन इसी तरह अपने चरणों के नाल सारिया संगतां नूं जोड़ के रखना। आओ कविता सरवण करो भाई सारिया संगतां। वाहिगुरू जी का खालसा वाहिगुरू जी की फतेह। मैं जातिक तूं दाता एक कर्म कमा लेना। मैं जातिक तूं दाता एक कर्म कमा लेना। मत ही न्याणा जाना कोई सार नहीं।